ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਗੌਰਮੈਂਟ ਜੌਬ ਨਿਊਜ਼ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ ਅਸੀਂ ਸਟਾਰਟ ਕਰ ਰਹੇ ਹਾਂ ਮਾਡਰਨ ਇੰਡੀਆ। ਅਰਿਹੰਤ ਦੀ ਬੁੱਕ ਹੈ, ਤੁਸੀਂ ਨਾਲ ਲੈ ਕੇ ਇਸ ਨੂੰ ਪੜ੍ਹ ਸਕਦੇ ਹੋ। ਅਰਿਹੰਤ ਦੀ ਬੁੱਕ ਦੇ ਵਿੱਚ ਜੋ ਮਾਡਰਨ ਇੰਡੀਆ ਦਾ ਚੈਪਟਰ ਹੈ ਪੂਰਾ ਆਪਾਂ ਇਸ ਨੂੰ ਕੰਪਲੀਟ ਕਰਾਂਗੇ ਸਟੈਪ ਬਾਏ ਸਟੈਪ। ਠੀਕ ਹੈ ਜੀ। ਇਹਦੇ ਵਿੱਚ ਤੁਹਾਨੂੰ ਪਤਾ ਹਿਸਟਰੀ ਦੇ ਵਿੱਚ ਕੁਝ ਸਟੋਰੀਆਂ ਹੁੰਦੀਆਂ ਨੇ, ਸਟੋਰੀ ਨੂੰ ਸਮਝਣਾ ਤਾਂ ਕਿ ਤੁਹਾਨੂੰ ਸਾਰਾ ਜਿਹੜਾ ਲਿਖਿਆ ਹੋਇਆ ਸਮਝ ਆ ਜੇ। ਤਾਂ ਉਸ ਨੂੰ ਲਾਈਨ ਬਾਏ ਲਾਈਨ ਮੈਂ ਇਸ ਨੂੰ ਐਕਸਪਲੇਨ ਕਰੂੰਗਾ, ਕੁਝ ਸਟੋਰੀ ਦੱਸੂੰਗਾ, ਉਹਨੂੰ ਬੜੇ ਧਿਆਨ ਦੇ ਨਾਲ ਸੁਣਨਾ ਹੈ ਅਤੇ ਉਸ ਦੇ ਨਾਲ ਜਿਹੜੇ ਇੰਪੋਰਟੈਂਟ ਫੈਕਟ ਨੇ ਉਹ ਤੁਸੀਂ ਆਪਣੀ ਕਾਪੀ ਦੇ ਵਿੱਚ ਨੋਟ ਕਰ ਸਕਦੇ ਹੋ ਬੁੱਕ ਦੇ ਉੱਪਰ ਹੀ। ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ। ਅਗਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਮੈਨੂੰ ਦੱਸ ਸਕਦੇ ਹੋ। ਠੀਕ ਹੈ ਜੀ। ਆਪਾਂ ਆਪਣੀ ਵੀਡੀਓ ਨੂੰ ਸਟਾਰਟ ਕਰਦੇ ਹਾਂ। ਦੇਖੋ ਮਾਡਰਨ ਇੰਡੀਆ ਦਾ ਜਿਹੜਾ ਟਾਈਮ ਹੈ ਮਾਡਰਨ ਇੰਡੀਆ ਦਾ ਜਿਹੜਾ ਟਾਈਮ ਹੈ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੈ, ਜਦੋਂ ਬ੍ਰਿਟਿਸ਼ ਯੂਰੋਪੀਅਨ ਕੰਪਨੀਆਂ ਐਡਵੈਂਟ ਆਫ, ਪਹਿਲਾ ਚੈਪਟਰ ਜਿਹੜਾ ਹੈ ਸਪੈਕਟਰਮ ਦੇ ਵਿੱਚ ਤੁਹਾਨੂੰ ਇਹ ਪਤਾ ਹੀ ਹੋਊਗਾ ਬੁੱਕ ਦੀ ਸਪੈਕਟਰਮ ਆਉਂਦੀ ਹੈ ਜਿਹੜੀ UPSC ਲੈਵਲ 'ਤੇ ਪੜ੍ਹੀ ਜਾਂਦੀ ਹੈ। ਐਡਵੈਂਟ ਆਫ ਯੂਰੋਪੀਅਨਸ ਮਤਲਬ ਜਦੋਂ ਯੂਰੋਪੀਅਨ ਕੰਪਨੀਆਂ ਇੰਡੀਆ ਦੇ ਵਿੱਚ ਈਸਟ ਇੰਡੀਆ ਕੰਪਨੀਆਂ ਬਣਾ ਕੇ ਆਉਣ ਲੱਗੀਆਂ ਸੀ, ਉੱਥੋਂ ਹੀ ਸਾਡੇ ਮਾਡਰਨ ਇੰਡੀਆ ਦਾ ਇਜਾਦ ਹੁੰਦੀ ਹੈ। ਅਤੇ ਇਸ ਦੇ ਪੈਰਲਲ ਇੰਡੀਆ ਦੇ ਵਿੱਚ ਉਸ ਟਾਈਮ 'ਤੇ ਮੈਡਾਈਵਲ ਪੀਰੀਅਡ ਚੱਲ ਰਿਹਾ ਸੀ, ਮਤਲਬ ਮੁਗਲਸ ਇੱਥੇ ਰੂਲ ਕਰ ਰਹੇ ਸੀ। ਠੀਕ ਹੈ ਜੀ। ਅਤੇ ਬ੍ਰਿਟਿਸ਼ ਮੈਂ ਦੱਸ ਦੇਵਾਂ ਪਹਿਲਾਂ, ਹੁਣ ਜਿਹੜੇ ਰੂਲਰ ਇੰਡੀਆ ਦੇ ਵਿੱਚ ਈਸਟ ਕੰਪਨੀਆਂ ਬਣਾ ਕੇ ਜਿਹੜੇ ਆਏ ਸੀ, ਇਹਨਾਂ ਦਾ ਇਹ ਕੀ ਸੀਗਾ ਮਤਲਬ, ਕਿਉਂਕਿ ਦੇਖੋ ਇਹ ਯੂਰੋਪ ਹੈ, ਯੂਰੋਪ ਦੇ ਨਾਲ ਇਹਦੇ ਕੀ ਪੈਂਦਾ ਜੀ, ਅਰੇਬੀਆ ਔਰ ਅਰਬ ਦੇਸ਼ ਪੈਂਦੇ ਨੇ, ਉਸ ਤੋਂ ਬਾਅਦ ਸਾਡਾ ਇੰਡੀਆ ਪੈਂਦਾ। ਠੀਕ ਹੈ। ਇਹ ਤਾਂ ਤੁਹਾਨੂੰ ਤੁਸੀਂ ਵਰਲਡ ਮੈਪ 'ਚ ਵੇਖ ਲਿਆ ਹੋਊਗਾ। ਹੁਣ ਯੂਰੋਪੀਅਨ ਕੰਪਨੀਆਂ ਦਾ ਪਹਿਲਾ ਰੂਟ ਸਾਡਾ ਯੂਰੋਪ ਨਾਲ ਕਿਵੇਂ ਹੁੰਦਾ ਸੀ, ਸਿਲਕ ਰੂਟ ਬਾਇਆ ਲੈਂਡ ਰੂਟ ਤੋਂ ਸਾਡਾ ਵਪਾਰ ਹੁੰਦਾ ਸੀ। ਲੇਕਿਨ ਯੂਰੋਪ ਦੇ ਵਿੱਚ ਤੁਹਾਨੂੰ ਪਤਾ ਹੈ ਬਹੁਤ ਜ਼ਿਆਦਾ ਠੰਡ ਪੈਂਦੀ ਹੈ, ਉਹਨਾਂ ਨੂੰ ਆਪਣੀ ਬੋਡੀ ਨੂੰ ਟੈਂਪਰੇਚਰ ਨੂੰ ਕੰਟਰੋਲ ਕਰਨ ਵਾਸਤੇ ਕੀ ਕਰਨਾ ਪੈਂਦਾ ਜੀ, ਮਸਾਲੇ ਇਸ ਤਰ੍ਹਾਂ ਦੀ ਚੀਜ਼ਾਂ ਚਾਹੀਦੀਆਂ ਨੇ, ਗਰਮ ਚੀਜ਼ਾਂ। ਠੀਕ ਹੈ। ਪਰ ਉਹ ਜਿਹੜੇ ਮਸਾਲੇ ਨੇ ਉਹ ਇੰਡੀਆ ਦੇ ਇੱਧਰ ਹੁੰਦੇ ਨੇ, ਇੰਡੋਨੇਸ਼ੀਆ, ਮਲੇਸ਼ੀਆ, ਇੰਡੀਆ, ਕੇਰਲਾ, ਇਹ ਰੂਟ ਦੇ ਵਿੱਚ ਸਾਰਾ ਕੀ ਹੈ, ਮਸਾਲਿਆਂ ਦਾ ਰੂਟ ਹੈ। ਤਾਂ ਕੀ ਹੁੰਦਾ ਸੀਗਾ ਜੀ ਉਸ ਟਾਈਮ ਦੇ ਲੈਂਡ ਰੂਟ ਤੋਂ, ਕਿਉਂਕਿ ਜਦੋਂ ਤੱਕ ਇਹ ਅਰਬ ਦੇਸ਼ਾਂ ਦੇ ਵਿੱਚ ਕੋਈ ਮੇਨ ਡਾਇਨੈਸਟੀ ਆਈ ਨਹੀਂ, ਤੁਰਕ ਆਏ ਨਹੀਂ ਸੀਗਾ, ਉਦੋਂ ਤੱਕ ਇਹ ਸਾਰਾ ਰੂਟ ਲੈਂਡ ਰੂਟ ਤੋਂ ਹੁੰਦਾ ਸੀਗਾ। ਪਰ ਜਿੱਦਾਂ ਹੀ ਇੱਥੇ ਬੈਂਜਾਮਿਨ ਅੰਪਾਇਰ ਜਿਹੜਾ ਸੀ, ਇਹ ਹੁਣ ਰੋਮਨ ਅੰਪਾਇਰ ਖ਼ਤਮ ਕਰਕੇ, ਕਿਉਂਕਿ ਰੋਮਨ ਅੰਪਾਇਰ ਦਾ ਯੂਰੋਪ ਅਤੇ ਸਾਊਦੀ ਅਰੇਬੀਆ ਦੇ ਉੱਪਰ ਰਾਜ ਹੁੰਦਾ ਸੀ, ਉਹਨੂੰ ਖ਼ਤਮ ਕਰਕੇ ਜਦੋਂ ਇੱਥੇ ਬੈਂਜਾਮਿਨ ਅੰਪਾਇਰ ਜਿਹੜਾ ਕੀ ਹੈ ਅਰਬ ਜਦੋਂ ਇੱਥੇ ਇਸਟੈਬਲਿਸ਼ ਹੋ ਗਏ ਤੁਰਕਿਸ਼, ਤਾਂ ਉਹਨਾਂ ਨੇ ਕੀ ਕੀਤਾ ਜੀ, ਇਹ ਰੂਟ ਜਿਹੜਾ ਲੈਂਡ ਰੂਟ ਹੈ ਇਹ ਬੰਦ ਕਰਤਾ, ਕਿਉਂਕਿ ਇਹ ਜਿਹੜੇ ਯੂਰੋਪ ਦਾ ਵਪਾਰ ਸੀਗੇ ਇਹ ਇਹਨਾਂ ਦੇ ਥਰੂ ਹੁੰਦਾ ਸੀ, ਜਿਹਦੇ ਵਿੱਚ ਸਭ ਤੋਂ ਬੈਨੀਫਿਟ ਜ਼ਿਆਦਾ ਅਰਬ ਦੇਸ਼ਾਂ ਨੂੰ ਹੁੰਦਾ ਸੀ। ਅਰਬ ਦੇਸ਼ਾਂ ਨੇ ਫਿਰ ਅੱਗੋਂ ਇਹ ਇੰਡੀਆ 'ਚੋਂ ਸਮਾਨ ਲੈਂਦੇ ਸੀ ਵਾਇਆ ਸੀ ਰੂਟ ਤੋਂ, ਤਾਂ ਕਰਕੇ ਇਹ ਸਾਰਾ ਇੱਦਾਂ ਹੋਚ-ਪੋਚ ਕੰਡੀਸ਼ਨ ਹੋ ਗਈ ਸੀ 15ਵੀਂ ਸ਼ਤਾਬਦੀ ਦੇ ਵਿੱਚ, ਮਤਲਬ 1400 ਦੇ ਨੇੜੇ ਤੇੜੇ। ਠੀਕ ਹੈ ਜੀ। ਫਿਰ ਪੂਰੇ ਯੂਰੋਪ ਦੇ ਵਿੱਚ ਇਹਨਾਂ ਨੇ ਕੀ ਕੀਤਾ ਜੀ, ਇੱਕ ਅਲਟਰਨੇਟ ਰੂਟ ਲੱਭਿਆ ਵਾਇਆ ਸੀ ਰੂਟ। ਠੀਕ ਹੈ। ਸਮੁੰਦਰ ਦਾ ਰਸਤਾ ਲੱਭਣ ਵਾਸਤੇ, ਕਿਉਂਕਿ ਲੈਂਡ ਰੂਟ ਬੰਦ ਹੋ ਚੁੱਕਿਆ ਸੀ, ਸਮੁੰਦਰ ਦਾ ਰਸਤਾ ਲੱਭਣਾ ਸੀ, ਤਾਂ ਉਹਦਾ ਵਾਸਤੇ ਪਹਿਲਾ ਇਨੀਸ਼ੀਏਟਿਵ ਕਿਹਨੇ ਕਿਹਾ ਸਟਾਰਟ ਕੀਤਾ ਸੀ, ਪੁਰਤਗਾਲ ਨੇ। ਠੀਕ ਹੈ ਜੀ। ਇਹਨੂੰ ਪੁਰਤਗੀਜ਼ ਕਹਿ ਦਿੰਦੇ ਆਪਾਂ। ਤਾਂ ਇੱਥੋਂ ਹੀ ਸਾਰੀ ਕਹਾਣੀ ਸਟਾਰਟ ਹੁੰਦੀ ਹੈ। ਹੁਣ ਪੁਰਤਗੀਜ਼ ਦੇ ਇੰਡੀਆ ਦੇ ਵਿੱਚ ਆਉਣ ਦਾ ਹੀ ਕੀ ਸੀਗਾ, ਕਿਉਂਕਿ ਇਹ ਜਿਹੜੇ ਪੁਰਤਗੀਜ਼ ਸੀਗੇ ਇਹ ਇੰਡੀਆ, ਜਿਵੇਂ ਆਹ ਯੂਰੋਪ ਹੈ, ਇੱਥੇ ਆ ਅਫਰੀਕਾ ਦੇਸ਼ ਹੈ, ਉਸ ਤੋਂ ਬਾਅਦ ਇਹ ਇੰਡੀਆ ਸੀ, ਇਹ ਇਸ ਤਰ੍ਹਾਂ ਆਏ ਸੀ ਇੰਡੀਆ, ਇਹ ਅਫਰੀਕਾ ਦੇ ਨਾਲ ਤੱਟ ਤੋਂ ਹੋ ਕੇ ਵਾਇਆ ਸਮੁੰਦਰ ਇੱਦਾਂ ਮੈਡਾਗਾਸਕਰ ਹੈ, ਇੱਥੋਂ ਇੰਡੀਆ ਦੇ ਵਿੱਚ ਪਹੁੰਚੇ ਸੀਗੇ। ਇਸ ਰੂਟ ਨੂੰ ਆਪਾਂ ਕੀ ਕਹਿੰਦੇ ਹਾਂ, ਸੀ ਰੂਟ। ਠੀਕ ਹੈ। ਇੱਥੇ ਇੱਕ ਪੁਆਇੰਟ ਹੈ ਅਫਰੀਕਾ ਦਾ ਸਭ ਤੋਂ ਸਾਊਥ ਦੇ ਵਿੱਚ ਜਿਹੜਾ ਪੁਆਇੰਟ ਹੈ ਇਹਨੂੰ ਆਪਾਂ ਕੀ ਕਹਿੰਦੇ ਹਾਂ, ਕੈਪ ਆਫ ਗੁੱਡ ਹੋਪ, ਅਫਰੀਕਾ ਦਾ ਪੁਆਇੰਟ। ਠੀਕ ਹੈ। ਕੈਪ ਆਫ ਗੁੱਡ ਹੋਪ, ਜਿਵੇਂ ਇੰਡੀਆ ਦਾ ਕੰਨਿਆ ਕੁਮਾਰੀ ਦਾ ਪੁਆਇੰਟ ਹੈ ਬਿਲਕੁਲ ਲਾਸਟ, ਇਹਨੂੰ ਆਪਾਂ ਕੈਮੋਰਿਨ ਕਹਿ ਦਿੰਦੇ ਹਾਂ, ਇਸੇ ਤਰ੍ਹਾਂ ਹੀ ਅਫਰੀਕਾ ਦਾ ਪੁਆਇੰਟ ਹੈ। ਠੀਕ ਹੈ। ਇਹ ਪੁਆਇੰਟ ਅੱਗੇ ਆਊਗਾ, ਤੁਸੀਂ ਨੋਟ ਕਰਕੇ ਰੱਖਣਾ ਹੈ। ਹੁਣ ਇਹ ਰੂਟ ਲੱਭਿਆ ਸੀ ਪੁਰਤਗੀਜ਼ ਦੇ ਵਿੱਚ। ਹੁਣ ਸਭ ਤੋਂ ਪਹਿਲਾਂ ਸਟਾਰਟਿੰਗ ਕਿਹਨੇ ਕੀਤੀ, ਪੁਰਤਗੀਜ਼ ਦੇ ਵਿੱਚ ਸਭ ਤੋਂ ਪਹਿਲਾਂ ਸਟਾਰਟਿੰਗ ਦੇਖੋ ਕੈਪ ਰੂਟ ਜਿਹੜਾ ਲੱਭਿਆ ਸੀਗਾ ਉਹ ਕਿੰਨੇ ਲੱਭਿਆ ਸੀ, ਪਹਿਲੇ ਯੂਰੋਪੀਅਨ ਜਿਹੜੇ ਇੰਡੀਆ ਦੇ ਵਿੱਚ ਆਏ ਸੀ ਉਹ ਸੀ ਪੁਰਤਗੀਜ਼, ਉਸ ਤੋਂ ਬਾਅਦ ਆਏ ਸੀ ਡੱਚ, ਫਿਰ ਆਏ ਡੈਨਿਸ਼, ਫਿਰ ਆਏ ਬ੍ਰਿਟਿਸ਼, ਫਿਰ ਆਏ ਫਰੈਂਚ। ਹੁਣ ਤੁਹਾਨੂੰ ਪੇਪਰ ਦੇ 2 ਕੁਐਸਚਨ ਆਉਣਗੇ PSS ਬੋਰਡ ਦੇ ਵਿੱਚ, ਇਹਦੇ ਵਿੱਚ ਪੁੱਛ ਸਕਦਾ ਕਿ ਤਰਤੀਬ ਵਾਈ ਲਾਓ ਜੀ, ਸਭ ਤੋਂ ਪਹਿਲਾਂ ਕੌਣ ਆਇਆ, ਉਸ ਤੋਂ ਬਾਅਦ ਕੌਣ ਆਇਆ, ਉਸ ਤੋਂ ਬਾਅਦ ਕੌਣ ਆਇਆ, ਫਿਰ ਤੁਸੀਂ 4 ਜਣੇ ਲਾ ਸਕਦੇ ਹੋ। ਤਾਂ ਇਹਦੇ ਵਿੱਚ ਪੁੱਛ ਸਕਦਾ ਕਿ ਆਉਣ ਦੇ ਹਿਸਾਬ ਨਾਲ, ਜੇ ਆਪਾਂ ਗੱਲ ਕਰੀਏ ਕਿ ਯੂਰੋਪੀਅਨ ਕੰਪਨੀਆਂ ਜਦੋਂ ਇੰਡੀਆ ਦੇ ਵਿੱਚ ਆਈਆਂ ਸੀ ਤਾਂ ਸਭ ਤੋਂ ਪਹਿਲਾਂ ਕੌਣ ਆਏ ਸੀ, ਪੁਰਤਗੀਜ਼, ਅਤੇ ਉਹ ਸਭ ਤੋਂ ਲਾਸਟ ਦੇ ਵਿੱਚ ਕੌਣ ਆਇਆ ਸੀਗਾ, ਫਰਾਂਸ। ਠੀਕ ਹੈ। ਅੱਛਾ, ਉਸ ਤੋਂ ਬਾਅਦ ਸਭ ਤੋਂ ਪਹਿਲੇ ਆਉਣ ਵਾਲੇ ਅਤੇ ਸਭ ਤੋਂ ਬਾਅਦ ਦੇ ਵਿੱਚ ਜਾਣ ਵਾਲੇ ਉਹ ਸੀਗੇ ਇਕੱਲੇ ਪੁਰਤਗੀਜ਼। ਠੀਕ ਹੈ। ਇਹ ਮੈਂ ਤੁਹਾਨੂੰ ਹੁਣੇ ਦੱਸ ਦੂੰਗਾ ਥੋੜ੍ਹੀ ਲੈਕਚਰ ਦੇ ਅੱਗੇ ਵਿੱਚ। ਅਤੇ ਉਸ ਤੋਂ ਬਾਅਦ ਜੇ ਕਹਿ ਦਈਏ ਕਿ ਇਹ ਸਾਰੀਆਂ ਦੀ ਕੰਪਨੀਆਂ ਦਾ ਨਾਮ ਕੀ ਸੀਗਾ, ਈਸਟ ਇੰਡੀਆ ਕੰਪਨੀ ਹੀ ਨਾਮ ਸੀਗਾ। ਠੀਕ ਹੈ। ਕਿਉਂਕਿ ਤੁਹਾਨੂੰ ਪਤਾ ਹੈ ਨਾਰਥ ਈਸਟ ਸਭ ਤੋਂ ਉੱਪਰ ਨਾਰਥ ਹੁੰਦਾ ਹੈ, ਇੱਧਰ ਕੀ ਹੁੰਦਾ ਹੈ ਸਾਊਥ ਹੁੰਦਾ, ਇੱਧਰ ਈਸਟ ਹੈ, ਇੱਧਰ ਕੀ ਹੁੰਦਾ
ਵੈਸਟ, ਠੀਕ ਹੈ। ਤੇ ਇਹ ਸਾਡਾ ਯੂਰਪ ਜਿਹੜਾ ਇਹ ਕਿੱਧਰ ਪੈਂਦਾ ਹੈ, ਵੈਸਟਰਨ ਸਾਈਡ, ਤੇ ਆਉਣਾ ਸੀ ਇਹਨਾਂ ਨੇ ਈਸਟ ਵੱਲ, ਤੇ ਇੱਧਰ ਈਸਟ ਇੰਡੀਆ ਕੰਪਨੀਆਂ ਬਣਾ ਕੇ ਆਏ ਸੀ, ਤਾਂ ਹੀ ਇਹਨਾਂ ਦੀ ਕੰਪਨੀਆਂ ਦਾ ਨਾਮ ਈਸਟ ਇੰਡੀਆ ਕੰਪਨੀ ਰੱਖਿਆ ਗਿਆ ਸੀਗਾ, ਠੀਕ ਹੈ ਜੀ। ਤੇ ਇਹਨਾਂ ਦੇ ਵਿੱਚੋਂ ਇਹ ਸਾਰੀ ਕੰਪਨੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਪਾਵਰਫੁਲ ਕਿਹੜੀ ਬਣੀ, ਬ੍ਰਿਟਿਸ਼, ਠੀਕ ਹੈ। ਇਹਨਾਂ ਨੇ ਸਾਰਿਆਂ ਕੰਪਨੀਆਂ ਨੂੰ ਹਰਾਇਆ ਵੀ, ਤੇ ਇੰਡੀਆ ਦੇ ਰਾਜਿਆਂ ਨੂੰ ਹਰਾਇਆ, ਤੇ ਇੰਡੀਆ ਨੂੰ ਕੰਟਰੋਲ ਵੀ ਕੀਤਾ, ਤੇ 200 ਸਾਲ ਰਾਜ ਕਰਕੇ ਫਿਰ ਛੱਡਿਆ ਇੰਡੀਆ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਹੁਣ ਜਿਹੜਾ ਕੈਪ ਰੂਟ ਸੀਗਾ ਇਹ ਲੱਭਿਆ ਕਿਹਨੇ ਸੀ, ਵਾਸਕੋ ਡੀ ਗਾਮਾ ਨੇ। ਵਾਸਕੋ ਡੀ ਗਾਮਾ ਵਾਇਆ ਅਫਰੀਕਾ ਦੇ ਕੋਸਟ ਤੋਂ ਹੁੰਦਾ ਨਾਲ ਕਰਕੇ ਆਂਦਾ, ਇਹ ਇੰਡੀਆ ਦੇ ਵਿੱਚ ਪਹੁੰਚਦਾ ਕਿੱਥੇ, ਕੈਲੀਕਟ ਦੇ ਵਿੱਚ। ਕੈਲੀਕਟ ਕਿੱਥੇ ਹੈ ਹੁਣ, ਇਹ ਕੇਰਲਾ ਦਾ ਇੱਕ ਤੱਟ ਹੈ। ਕੇਰਲਾ ਦੇ ਵਿੱਚ ਰਾਜਾ ਹੁੰਦਾ ਸੀ ਜੈਮੋਰਿਨ, ਠੀਕ ਹੈ, ਹਿੰਦੂ ਰੂਲਰ ਸੀਗਾ, ਉਹਦੀ ਰਾਜਧਾਨੀ ਕੈਲੀਕਟ ਸੀ। ਇਹ ਕੈਲੀਕਟ ਦੇ ਵਿੱਚ ਪਹੁੰਚਦਾ ਸੀ। ਕੈਲੀਕਟ ਦੇ ਵਿੱਚ ਉਹਨੇ ਉਹਦਾ ਸਵਾਗਤ ਕੀਤਾ। ਤਾਂ 17 ਮਈ 1914 ਦੇ ਵਿੱਚ ਇਹ ਬੰਦਾ ਕੈਪ ਆਫ ਗੁੱਡ ਹੋਪ ਅਫਰੀਕਾ ਦੇ ਪੁਆਇੰਟ ਤੋਂ ਹੁੰਦਾ ਹੋਇਆ ਇੰਡੀਆ ਦੇ ਵਿੱਚ ਪਹੁੰਚਦਾ ਹੈ। ਜੈਮੋਰਿਨ ਨੇ ਦੀ ਸਵਾਗਤ ਕਰਤਾ ਹੈ। ਇੱਥੇ ਆ ਕੇ ਟ੍ਰੇਡਿੰਗ ਸੈਂਟਰ ਬਣਾਏ ਜਾਂਦੇ ਨੇ 2-3, ਉਹ ਕਿਹੜੇ ਸੀ, ਕੈਲੀਕਟ, ਕੋਚਿਨ, ਕੈਨੋਰ, ਠੀਕ ਹੈ। ਕੋਚਿਨ ਬੜੀ ਵਾਰੀ ਨਿਊਜ਼ ਦੇ ਵਿੱਚ ਰਹਿੰਦਾ ਕਿਉਂਕਿ ਇੱਥੇ ਏਅਰਪੋਰਟ ਹੈ ਜਿਹੜਾ ਪ੍ਰੋਪਰ ਸੋਲਰ ਸਿਸਟਮ ਦੇ ਉੱਪਰ ਚੱਲਦਾ, ਠੀਕ ਹੈ। ਇਹ ਬੜੀ ਵਾਰੀ ਪੇਪਰ 'ਚ ਆਉਂਦਾ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕੋਚਿਨ, ਇਹਨਾਂ ਦੀ ਸਭ ਤੋਂ ਪਹਿਲਾਂ ਇਨੀਸ਼ੀਅਲ ਕੈਪੀਟਲ ਸੀ। ਇਨੀਸ਼ੀਅਲ ਸਮਝਦੇ ਹੋ, ਸਭ ਤੋਂ ਪਹਿਲੀ ਕੈਪੀਟਲ ਜਿਹੜੀ ਪੁਰਤਗੀਜ਼ ਨੇ ਬਣਾਈ ਸੀ ਉਹ ਸੀ ਕੋਚਿਨ 1502 ਦੇ ਵਿੱਚ। ਹੁਣ ਇਹ ਜਿਹੜਾ ਕਈ ਵਾਰੀ ਪੁੱਛ ਲੈਂਦੇ ਆ ਪੇਪਰ ਦੇ ਵਿੱਚ, ਵਾਸਕੋ ਡੀ ਗਾਮਾ ਜੀ ਇਹ ਕਿੰਨੀ ਵਾਰੀ ਇੰਡੀਆ ਦੇ ਵਿੱਚ ਆਇਆ ਸੀ, ਤਾਂ ਯਾਦ ਰੱਖਣਾ ਹੈ ਇਹ 3 ਟਾਈਮਸ, ਮਤਲਬ 3 ਵਾਰੀ ਇਹ ਇੰਡੀਆ ਦੇ ਵਿੱਚ ਆਇਆ ਸੀ। ਬੜਾ ਇਹਨੇ ਪੈਸਾ ਕਮਾਇਆ, ਤੇ ਇਸ ਦੇ ਮਗਰ ਕਿਉਂਕਿ ਜਦੋਂ ਪੈਸਾ ਬੰਦੇ ਕੋਲ ਹੁੰਦਾ ਹੈ ਨਾ, ਉਸ ਤੋਂ ਬਾਅਦ ਇਹਦੇ ਮਗਰ ਹੋਰ ਯੂਰੋਪੀਅਨ ਕੰਪਨੀਆਂ ਨੂੰ ਜਦੋਂ ਪਤਾ ਲੱਗਿਆ ਵੀ ਇਹ ਵਪਾਰ ਬਹੁਤ ਵਧੀਆ ਹੈ, ਤਾਂ ਉਸ ਦੇ ਮਗਰ ਹੋਰ ਕੰਪਨੀਆਂ ਵੀ ਆ ਗਈਆਂ, ਠੀਕ ਹੈ ਜੀ। ਹੁਣ ਉਸ ਤੋਂ ਬਾਅਦ ਗੱਲ ਕਰੀਏ ਕੋਚਿਨ, ਜਿਹੜਾ ਸਭ ਤੋਂ ਪਹਿਲਾਂ ਕੋਚਿਨ ਵਾਲਾ ਪੁਆਇੰਟ ਹੋ ਗਿਆ। ਉਸ ਤੋਂ ਬਾਅਦ ਜਿਹੜਾ ਕੋਚਿਨ ਹੈ ਇਸ ਨੂੰ ਰਿਪਲੇਸ ਕੀਤਾ ਜਾਊਗਾ। ਇਹ ਜਿਹੜੀ ਕੈਪੀਟਲ ਹੈ ਇਸ ਨੂੰ ਗੋਆ ਜਦੋਂ ਜਿੱਤ ਲੈਣਗੇ ਇਹ 1510 ਦੇ ਵਿੱਚ, ਉਸ ਤੋਂ ਬਾਅਦ ਕੀ ਕਰਨਗੇ, ਇਹ ਗੋਆ ਨੂੰ ਆਪਣੀ ਰਾਜਧਾਨੀ ਬਣਾ ਲੈਣਗੇ। ਇੱਥੇ ਫਿਰ ਕੀ ਕਰਨਗੇ, ਲੋਕਲ ਕੁੜੀਆਂ ਨਾਲ ਵਿਆਹ ਕਰਾਉਣਾ ਸਟਾਰਟ ਕਰ ਦੇਣਗੇ। ਇੱਥੇ ਕਈ ਤਰ੍ਹਾਂ ਦੀਆਂ ਜਿਹੜੀ ਐਗਰੀਕਲਚਰ ਪ੍ਰੋਡਕਟਸ ਜਿਹੜੇ ਹੈਗੇ ਨੇ ਉਹ ਇੰਡੀਆ ਦੇ ਵਿੱਚ ਬੀਜਣਾ ਸਟਾਰਟ ਕਰਨ, ਜਿਵੇਂ ਤੰਬਾਕੂ ਵਗੈਰਾ, ਆਲੂ ਵਗੈਰਾ, ਟੋਮੈਟੋ, ਇਹ ਸਾਰੀ ਚੀਜ਼ਾਂ ਇਹ ਬਾਹਰਲੇ ਮੁਲਕ ਤੋਂ ਲਿਆ ਕੇ ਇੰਡੀਆ ਦੇ ਵਿੱਚ ਬੀਜਣਾ ਸਟਾਰਟ ਕਰਦੇ ਆ। ਇਹ ਇਹਨਾਂ ਦੀ ਦੇਣ ਹੈ, ਠੀਕ ਹੈ। ਉਸ ਤੋਂ ਬਾਅਦ ਗੱਲ ਕਰਦੇ ਹਾਂ ਫਿਰ ਇੰਡੀਆ ਦੇ ਵਿੱਚ, ਕਿਉਂਕਿ ਪੁਰਤਗੀਜ਼ ਦਾ ਜਿਹੜਾ ਰਾਜਾ ਸੀ ਉਹਨੇ ਫਿਰ ਐਜ਼ ਏ ਪ੍ਰੋਪਰ ਆਫੀਸ਼ੀਅਲੀ ਇੱਕ ਗਵਰਨਰ ਜਨਰਲ ਭੇਜਣੇ ਸਟਾਰਟ ਇੰਡੀਆ ਦੇ ਵਿੱਚ ਕੀਤੇ। ਸਭ ਤੋਂ ਪਹਿਲਾ ਗਵਰਨਰ ਜਿਹੜਾ ਕਿ ਦੇਖੋ ਯਾਦ ਰੱਖਿਆ, ਜਿਹੜਾ ਪਹਿਲਾ ਪਰਸਨ ਪੁੱਛੇ ਯੂਰੋਪੀਅਨ ਫਿਰ ਹੈ ਪੁਰਤਗੀਜ਼ ਦਾ ਵਾਸਕੋ ਡੀ ਗਾਮਾ। ਜੇ ਪੁਰਤਗੀਜ਼ ਦਾ ਪਹਿਲਾ ਗਵਰਨਰ ਪੁੱਛੇ ਫਿਰ ਉਹਦਾ ਨਾਮ ਹੈ ਫਰਾਂਸਕੋ ਐਲਮੀਡਾ। ਫਰਾਂਸਕੋ ਐਲਮੀਡਾ ਨੂੰ ਇਸਟੈਬਲਿਸ਼ ਕੀਤਾ ਗਿਆ ਸੀਗਾ, ਫਸਟ ਗਵਰਨਰ ਜਨਰਲ ਐਜ਼ ਏ ਭੇਜਿਆ ਗਿਆ ਸੀ ਇੰਡੀਆ ਦੇ ਵਿੱਚ 1505 ਤੋਂ ਲੈ ਕੇ 9 ਤੱਕ, ਠੀਕ ਹੈ। ਇਸ ਨੇ ਕੀ ਕੀਤਾ ਜੀ, ਜਦੋਂ ਇਹ ਇੰਡੀਆ ਦੇ ਵਿੱਚ ਆਇਆ ਇਹਨੇ ਵੇਖਿਆ ਕਿ ਛੋਟੇ ਜਿਹੜੇ ਕਾਫੀ ਕਿਉਂਕਿ ਇੰਡੀਅਨ ਓਸ਼ਨ ਹਿੰਦ ਮਹਾਸਾਗਰ ਦੇ ਵਿੱਚ ਅਰਬ ਵੀ ਹੁੰਦੇ ਸੀ, ਚਾਈਨੀਜ਼ ਵੀ ਹੁੰਦੇ ਸੀ, ਜੈਪਨੀਜ਼ ਵੀ ਹੁੰਦੇ ਸੀ, ਤੇ ਇਹ ਸਾਰੇ ਛੋਟੇ ਰੂਲਰ ਹੁੰਦੇ ਸੀ। ਪਰ ਜਿਹੜੇ ਯੂਰੋਪੀਅਨ ਸੀਗੇ ਇਹ ਸਿਰਫ ਕੌਣ ਸੀਗੇ, ਇਹ ਓਨਲੀ ਪੁਰਤਗੀਜ਼ ਸੀਗੇ। ਇਹਨਾਂ ਨੇ ਕੀ ਕੀਤਾ, ਇਹਨਾਂ ਨੂੰ ਗਨ ਪਾਊਡਰ ਦੀ ਪਹਿਲਾਂ ਹੀ ਪਤਾ ਸੀਗਾ, ਗਨ ਪਾਊਡਰ ਦੇ ਬਾਰੇ। ਇਹਨਾਂ ਨੇ ਤੋਪ ਲਗਾਉਣੀਆਂ, ਸਾਰੀਆਂ ਸ਼ਿਪਸ ਦੇ ਉੱਪਰ ਤੋਪ ਲਗਾਈਆਂ। ਉਸ ਤੋਂ ਬਾਅਦ ਨੇੜੇ ਤੇੜੇ ਜਿਹੜੇ ਵੀ ਹੁੰਦੇ ਸੀ ਛੋਟੇ ਮੋਟੇ ਵਪਾਰੀ, ਉਹਨਾਂ ਨੂੰ ਤੋਪ ਤੋਂ ਉਡਾ ਦਿੰਦੇ ਸੀਗੇ, ਤੇ ਉਸ ਤੋਂ ਬਾਅਦ ਉਹਨਾਂ ਨੂੰ ਉਸ ਓਸ਼ਨ ਦੇ ਵਿੱਚ ਐਂਟਰੀ ਨਹੀਂ ਕਰਨ ਦਿੰਦੇ ਸੀ। ਤੇ ਐਂਟਰੀ ਕਰਨ ਵਾਸਤੇ ਕੀ ਮੰਗਦੇ ਸੀ, ਕਾਰਟੇਜ ਸਿਸਟਮ ਇਹਨਾਂ ਨੇ ਲਾਗੂ ਕੀਤਾ ਸੀ, ਲਾਇਸੈਂਸ ਸਿਸਟਮ, ਵੀ ਜੇ ਤੁਸੀਂ ਹਿੰਦ ਮਹਾਸਾਗਰ ਦੇ ਵਿੱਚ ਵਪਾਰ ਕਰਨਾ ਹੈ ਤਾਂ ਸਾਡੇ ਤੋਂ ਪੁਰਤਗੀਜ਼ ਤੋਂ ਕੀ ਕਰਨਾ ਪਏਗਾ, ਪਰਮਿਸ਼ਨ ਲੈਣੀ ਪਏਗੀ, ਉੱਥੋਂ ਪੈਸਾ ਕਮਾਉਂਦੇ ਸੀ। ਤਾਂ ਇਹ ਜਿਹੜੀ ਪੂਰਾ ਪ੍ਰੋਪਰ ਓਸ਼ਨ ਨੂੰ ਕੰਟਰੋਲ ਕਰਨ ਵਾਲਾ ਜਿਹੜਾ ਮੇਨ ਸੀਗਾ ਮੁੱਦਾ, ਇਹ ਕਿਹਨੇ ਵੇਖਿਆ ਸੀਗਾ, ਇਹ ਪਾਲਿਸੀ ਲਾਗੂ ਕੀਤੀ ਸੀ ਕਿਹਨੇ, ਫਰਾਂਸਕੋ ਅਲਮੀਡਾ। ਮਤਲਬ ਪੂਰੀ ਹਿੰਦ ਮਹਾਸਾਗਰ ਨੂੰ ਕੰਟਰੋਲ ਕੀਤਾ ਗਿਆ ਸੀ ਪੁਰਤਗੀਜ਼ ਦੇ ਵੱਲੋਂ। ਇਸ ਪਾਲਿਸੀ ਨੂੰ ਆਪਾਂ ਕਹਿੰਦੇ ਹਾਂ ਬ੍ਰਿਟਿਸ਼ ਪਾਲਿਸੀ ਆਫ ਬਲੂ ਵਾਟਰ, ਠੀਕ ਹੈ। ਬਲੂ ਵਾਟਰ ਪਾਲਿਸੀ ਅਲਮੀਡਾ ਦੇ ਦੁਆਰਾ ਇਸਟੈਬਲਿਸ਼ ਕੀਤੀ ਗਈ ਸੀ, ਇਹ ਤੁਸੀਂ ਯਾਦ ਰੱਖਣਾ। ਮਤਲਬ ਹਿੰਦ ਮਹਾਸਾਗਰ ਦੇ ਵਿੱਚ ਕੋਈ ਹੋਰ ਕੰਪਨੀ ਇਹਨਾਂ ਤੋਂ ਪੁੱਛੇ ਬਗੈਰ ਟ੍ਰੇਡ ਨਹੀਂ ਕਰ ਸਕਦੀ, ਠੀਕ ਹੈ। ਜੇ ਕੋਈ ਕਰਦੀ ਸੀ ਉਹਨੂੰ ਤੋਪ ਨਾਲ ਉਡਾ ਦਿੰਦੇ ਸੀਗੇ। ਉਸ ਤੋਂ ਬਾਅਦ ਗੱਲ ਕਰਦੇ ਹਾਂ ਫਰਾਂਸਕੋ ਦੀ ਅਲਬੁਰਕ, ਸੈਕਿੰਡ ਗਵਰਨਰ ਆਇਆ ਇੰਡੀਆ ਦੇ ਵਿੱਚ। ਦੇਖੋ ਐਜ਼ ਏ ਗਵਰਨਰ ਨਹੀਂ ਆਇਆ ਸੀਗਾ, ਇਹ ਪਹਿਲਾਂ ਹੀ ਆਇਆ ਹੋਇਆ ਸੀ, ਬਾਅਦ ਦੇ ਵਿੱਚ ਇਹਦੀ ਕਾਬਲੀਅਤ ਦੇ ਆਧਾਰ 'ਤੇ ਇਹਨੂੰ ਐਜ਼ ਏ ਸੈਕਿੰਡ ਗਵਰਨਰ ਬਣਾ ਦਿੱਤਾ ਗਿਆ ਸੀਗਾ। ਇਹ ਜਦੋਂ ਗਵਰਨਰ ਬਣਿਆ ਤਾਂ ਇਸ ਨੇ ਕੀ ਕੀਤਾ ਜੀ, ਗਵਰਨਰ ਬਣਦੇ ਸਾਰ 1509 ਦੇ ਵਿੱਚ ਇਹਨੇ ਕੀ ਕੀਤਾ, ਗੋਆ ਜਿਹੜਾ ਸੀਗਾ ਇਹ ਕੀ ਬੀਜਾਪੁਰ ਦੇ ਅੰਡਰ ਸੀਗਾ। ਬੀਜਾਪੁਰ ਤੁਹਾਨੂੰ ਪਤਾ ਵਿਜੇਨਗਰ ਅੰਪਾਇਰ, ਬੀਜਾਪੁਰ, ਇਹ ਸਾਰੇ ਹੁੰਦੇ ਸੀ ਉਸ ਟਾਈਮ 'ਤੇ ਅੰਪਾਇਰ ਹੁੰਦੇ ਸੀ, ਠੀਕ ਹੈ। ਤਾਂ ਇਹ ਗੋਆ ਦੇ ਨੇੜੇ ਤੇੜੇ ਅੰਪਾਇਰ ਹੁੰਦੇ ਸੀ। ਇੱਥੋਂ ਇਹਨਾਂ ਨੇ ਕੀ ਕੀਤਾ, ਗੋਆ ਕਬਜ਼ਾ ਕਰ ਲਿਆ। ਗੋਆ ਨੂੰ ਫਿਰ ਕੀ ਕੀਤਾ, ਜਿਹੜਾ ਇੱਥੇ ਇਹਨੇ ਜਿਹੜਾ ਗੋਆ ਸੀਗਾ ਕਬਜ਼ਾ ਕਰਨ ਤੋਂ ਬਾਅਦ ਇੱਥੇ ਇਹਨੇ ਪਾਲਿਸੀ ਸਟਾਰਟ ਕੀਤੀ, ਪਾਲਿਸੀ ਆਫ ਇੰਪੀਰੀਅਲਿਜ਼ਮ ਦਾ ਮਤਲਬ ਬਿਲਕੁਲ ਸਿੰਪਲ ਸਪਸ਼ਟ ਸ਼ਬਦਾਂ ਵਿੱਚ ਇਹ ਸਮਝੋ ਕਿ ਕੋਈ ਦੇਸ਼ ਜਦੋਂ ਕਿਸੇ ਦੂਸਰੇ ਦੇਸ਼ ਦੀ ਜਿਹੜੀ ਧਰਤੀ ਹੈ ਉਸ ਨੂੰ ਕਬਜ਼ਾ ਕਰ ਲੈਂਦਾ ਹੈ, ਉਸ ਦੇ ਰਿਸੋਰਸ ਜਿਹੜੇ ਨੈਚੁਰਲ ਸੰਸਾਧਨ ਜਿਹੜੇ ਹੈਗੇ ਨੇ ਉਸ ਨੂੰ ਐਜ ਆਪਣੇ ਦੇਸ਼ ਵਾਸਤੇ ਯੂਜ਼ ਕਰੇ, ਉਸ ਚੀਜ਼ ਨੂੰ ਆਪਾਂ ਕੀ ਕਹਿੰਦੇ ਹਾਂ, ਇੰਪੀਰੀਅਲਿਜ਼ਮ। ਮਤਲਬ ਕਿਸੇ ਦੇਸ਼ ਨੂੰ ਗੁਲਾਮ ਬਣਾਉਣਾ, ਇਸ ਪਾਲਿਸੀ ਨੂੰ ਆਪਾਂ ਇੰਪੀਰੀਅਲਿਜ਼ਮ ਕਹਿੰਦੇ ਹਾਂ।
ਤਾਂ ਫਰਾਂਸ ਜਿਹੜਾ ਅਲਫਾਂਸੋ ਦੀ ਅਲਬੁਰਕ ਸੀਗਾ, ਇਹਦੀ ਪਾਲਿਸੀ ਇਹੀ ਸੀ ਕਿ ਇੰਡੀਆ ਦੇ ਵਿੱਚ ਕਬਜ਼ਾ ਕਰ ਲਿੱਤਾ ਜਾਵੇ ਤਾਂ ਕਿ ਸਾਨੂੰ ਵਪਾਰ ਦੇ ਵਿੱਚ ਵਧੀਆ ਬੈਨੀਫਿਟ ਹੋਵੇ। ਠੀਕ ਹੈ, ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ। ਉਸ ਤੋਂ ਬਾਅਦ ਜਿਹੜਾ ਕਾਫੀ ਗਵਰਨਰ ਆਏ ਨੇ, ਪਰ ਜਿਹੜੇ ਮੇਨ ਪੇਪਰ ਦੇ ਵਿੱਚ ਆਉਣ ਵਾਲੇ ਨੇ, ਪਹਿਲਾ ਅਲਮੇਡਾ ਹੈ, ਸੈਕਿੰਡ ਅਲਬੁਰਕ ਹੈ, ਤੀਸਰਾ ਕਈ ਵਾਰੀ ਪੇਪਰ ਦੇ ਵਿੱਚ ਆ ਜਾਂਦਾ ਜਿਹਨੇ ਕੈਪੀਟਲ ਚੇਂਜ ਕੀਤੀ ਆ ਉਹਦਾ ਨੀਨਾ ਦੀ ਕੁਨਹਾ। ਠੀਕ ਹੈ, ਇਹ 1529 ਦੇ ਵਿੱਚ ਲੈ ਕੇ 38 ਦੇ ਵਿੱਚ ਆਇਆ ਸੀ। ਇਹਨੇ ਕੀ ਕੀਤਾ ਸੀ, ਕੋਚੀਨ ਤੋਂ ਕੈਪੀਟਲ ਬਦਲ ਕੇ ਗੋਆ ਕਰ ਦਿੱਤੀ ਸੀ, ਅਤੇ ਇਹਦੇ ਨਾਲ ਨਾਲ ਇਹਨੇ ਦਮਨ ਐਂਡ ਦਿਊ ਅਤੇ ਬੇਸਿਨ ਆਈਲੈਂਡ ਜਿਹੜਾ ਮਰਾਠਿਆਂ ਦੇ ਅੰਡਰ ਹੁੰਦਾ ਸੀ ਇਹ ਵੀ ਕਬਜ਼ਾ ਕਰ ਲਿਆ ਸੀਗਾ, ਜਿਸ ਕਰਕੇ ਇਹਨੇ ਜਿਹੜਾ ਬਹਾਦਰ ਸ਼ਾਹ ਦਾ ਗੁਜਰਾਤ ਦਾ ਰੂਲਰ ਸੀਗਾ, ਇਹ ਸਾਰੀ ਇੱਥੋਂ ਇਹਨਾਂ ਨੇ ਕਬਜ਼ਾ ਕੀਤਾ ਸੀਗਾ। ਠੀਕ ਹੈ, ਇਹ ਲੜਾਈ ਛੋਟੀ ਜਿਹੀ ਹੋ ਗਈ ਸੀ ਤਾਂ ਕਰਕੇ ਉਹਦੇ ਵਿੱਚ ਧੋਖੇ ਨਾਲ ਗੁਜਰਾਤ ਦੇ ਜਿਹੜਾ ਕਿੰਗ ਸੀਗਾ ਉਹਨੂੰ ਮਾਰਿਆ ਸੀਗਾ ਪੁਰਤਗੀਜ਼ ਨੇ। ਠੀਕ ਹੈ, ਉਸ ਤੋਂ ਬਾਅਦ ਪੁਰਤਗੀਜ਼ ਨੇ ਦਮਨ ਐਂਡ ਦਿਊ ਵੀ ਕਬਜ਼ਾ ਕੀਤਾ। ਠੀਕ ਹੈ, ਦਮਨ ਐਂਡ ਦਿਊ ਕਬਜ਼ਾ ਕੀਤਾ। ਦੇਖੋ ਇਹ ਜਿਹੜੇ ਪੁਰਤਗੀਜ਼ ਹੁੰਦੇ ਸੀ ਇਹਨਾਂ ਦਾ ਕੰਮ ਕੀ ਸੀਗਾ, ਕ੍ਰਿਸਚੈਨਿਟੀ ਨੂੰ ਇਹਨਾਂ ਨੇ ਫੈਲਾਉਣਾ ਸਟਾਰਟ ਕੀਤਾ ਸੀਗਾ। ਠੀਕ ਹੈ, ਕ੍ਰਿਸਚੈਨਿਟੀ ਨੂੰ ਇਹਨਾਂ ਨੇ ਫੈਲਾਉਣਾ ਸਟਾਰਟ ਕੀਤਾ। ਤਾਂ ਉਸ ਤੋਂ ਬਾਅਦ ਇਹ ਅਕਬਰ ਕੀ ਹੁੰਦਾ ਸੀ, ਇਹਨੇ ਇਬਾਦਤਖਾਨਾ ਖੋਲ੍ਹਿਆ ਸੀ ਜਿਹਦੇ ਵਿੱਚ ਇਹ ਰੱਬ ਤੋਂ ਰਿਲੇਟਿਡ ਕੋਈ ਵੀ ਬੰਦਾ ਅਗਰ ਕੋਈ ਕਿਤਾਬ ਲਿਖਦਾ, ਕੁਛ ਵੀ ਲਿਖਦਾ ਸੀ, ਉਹਦੇ ਸਵਾਲ ਜਵਾਬ ਜਿਹੜੇ ਕਰਨ ਵਾਸਤੇ ਇਹ ਸੱਦਦਾ ਹੁੰਦਾ ਸੀ ਅਕਬਰ ਰਾਜਾ, ਅਤੇ ਪੁਰਤਗੀਜ਼ ਇਹਦੇ ਦਰਬਾਰ ਦੇ ਵਿੱਚ ਜਾਂਦੇ ਹੁੰਦੇ ਸੀਗੇ। ਤਾਂ ਉਹਦੇ ਵਿੱਚ ਇਹ ਕੀ ਕਰਦੇ ਸੀ, ਪੁਰਤਗੀਜ਼ ਨੇ ਬੜਾ ਕੋਸ਼ਿਸ਼ ਕੀਤਾ ਕਿ ਰਾਜੇ ਨੂੰ ਆਪਾਂ ਆਪਣੀ ਕ੍ਰਿਸਚੈਨਿਟੀ ਦੇ ਵਿੱਚ ਫੋਲੋ ਕਰਵਾ ਲਈਏ, ਬਟ ਅਕਬਰ ਬੜਾ ਸ਼ਾਨਦਾਰ ਰਾਜਾ ਸੀ, ਉਹਨੇ ਇਸ ਚੀਜ਼ ਨੂੰ ਫੋਲੋ ਹੀ ਨਹੀਂ ਕੀਤਾ। ਠੀਕ ਹੈ, ਉਸ ਤੋਂ ਬਾਅਦ ਜਦੋਂ ਲਾਸਟ ਟਾਈਮ 'ਤੇ ਜਦੋਂ ਇਹ ਪੁਰਤਗੀਜ਼ ਇਸ ਚੀਜ਼ ਦੇ ਵਿੱਚ ਜ਼ਿਆਦਾ ਹੀ ਇਨਵੋਲਵ ਹੋ ਗਏ, ਇਹਨਾਂ ਦੀ ਜਿਹੜੀ ਟੋਲਰੈਂਸ ਜਿਹੜੀ ਬਹੁਤ ਜ਼ਿਆਦਾ ਵੱਧ ਗਈ ਹਿੰਦੂਆਂ ਪ੍ਰਤੀ, ਮੁਸਲਮਾਨਾਂ ਪ੍ਰਤੀ, ਤਾਂ ਇਹਨਾਂ ਨੂੰ ਕੀ ਕੀਤਾ ਜੀ, ਇਹਨਾਂ ਦੇ ਹੁਗਲੀ ਦਾ ਟਾਈਮ, ਮੈਂ ਤੁਹਾਨੂੰ ਹੁਗਲੀ ਦੇ ਇੰਸੀਡੈਂਟ ਦੱਸਦਾ। ਇਹਨਾਂ ਦੀ ਰਾਜਧਾਨੀ ਜਿਹੜਾ ਇਹਨਾਂ ਦਾ ਈਸਟ ਵਾਲੇ ਸਾਈਡ ਹੁਗਲੀ ਦੇ ਉੱਪਰ ਇਹਨਾਂ ਦਾ ਫੈਕਟਰੀ ਹੁੰਦੀ ਸੀ, ਉੱਥੇ ਕੀ ਕੀਤਾ ਇਹਨਾਂ ਨੇ, ਜਦੋਂ ਇਹ ਬਿਲਕੁਲ ਲਾਸਟ ਟਾਈਮ ਦੇ ਵਿੱਚ ਸੀਗੇ, ਕਿਉਂਕਿ ਇਹਨਾਂ ਨੂੰ ਕੰਪਨੀਆਂ ਹੋਰ ਵੀ ਟਾਰਗੇਟ ਕਰ ਰਹੀਆਂ ਸੀ, ਇਹਨਾਂ ਨੂੰ ਕੱਢਣਾ ਚਾਹੁੰਦੀਆਂ ਸੀ, ਤਾਂ ਇਹਨਾਂ ਨੇ ਹੁਗਲੀ ਦੇ ਏਰੀਏ ਦੇ ਵਿੱਚ ਆਪਣੀ ਫੈਕਟਰੀ ਸਟੈਬਲਿਸ਼ ਕੀਤੀ ਸੀ। ਉਸ ਟਾਈਮ ਦੇ ਵਿੱਚ ਕੀ ਕੀਤਾ ਇਹਨਾਂ ਨੇ, ਖਰੀਦ ਫਰੋਖਤ ਸਟਾਰਟ ਕਰਤੀ ਸੀ, ਮਤਲਬ ਪਾਇਰੇਸੀ, ਸਮੁੰਦਰੀ ਲੁਟੇਰੇ ਬਣ ਗਏ ਸੀ ਪੁਰਤਗੀਜ਼ ਹੁਗਲੀ ਵਾਲੀ ਸਾਈਡ, ਕੋਲਕਾਤਾ ਸਾਈਡ। ਤਾਂ ਉਸ ਟਾਈਮ ਦੇ ਵਿੱਚ ਕੀ ਕੀਤਾ ਸੀ, ਮੁਮਤਾਜ਼ ਮਹਿਲ ਜਿਹੜੀ ਹੁੰਦੀ ਸੀ ਉਹਦੀ 2 ਦਾਸੀਆਂ ਸੀ, ਉਹਨੂੰ ਕੈਪਚਰ ਕੀਤਾ ਪੁਰਤਗੀਜ਼ ਨੇ, ਉਹਨੂੰ ਆਪਣੇ ਬਾਜ਼ਾਰ ਦੇ ਵਿੱਚ ਮਤਲਬ ਕੁਛ ਵੇਚਣ ਦੀ ਕੋਸ਼ਿਸ਼ ਕੀਤੀ। ਜਾਂ ਉਸ ਟਾਈਮ ਪਤਾ ਲੱਗਿਆ, ਜਦੋਂ ਸ਼ਾਹਜਹਾਂ ਨੂੰ ਜੇ ਇਹ ਚੀਜ਼ ਦਾ ਪਤਾ ਲੱਗਿਆ, ਫਿਰ ਉਹਨੇ ਕੀ ਕੀਤਾ, ਬੰਗਾਲ ਦੇ ਨਵਾਬ ਨੂੰ ਕਹਿ ਕੇ ਇਹਨਾਂ 'ਤੇ ਅਟੈਕ ਕਰਵਾਇਆ ਅਤੇ ਇਹਨਾਂ ਨੂੰ ਬਚਾਇਆ ਸੀਗਾ, ਤਾਂ ਹੁਗਲੀ ਇੱਥੋਂ ਇਹਨਾਂ ਦੇ ਹੱਥੋਂ ਨਿਕਲ ਗਿਆ ਸੀਗਾ। ਠੀਕ ਹੈ, ਇੱਦਾਂ ਕਰਕੇ ਇਹਨਾਂ ਦੇ ਹੌਲੀ ਹੌਲੀ ਇੱਦਾਂ ਦੇ ਇੰਸੀਡੈਂਟ ਹੋਏ ਜਿਹੜੇ ਪੁਰਤਗੀਜ਼ ਖਤਮ ਹੁੰਦੇ ਗਏ, ਜਿਸ ਕਰਕੇ ਪੁਰਤਗੀਜ਼ ਦੇ ਲਾਸਟ ਜਿਹੜੇ ਕੀ ਹੈ ਇਹ ਮਤਲਬ ਵੀਕ ਹੁੰਦੇ ਗਏ, ਕਿਉਂਕਿ ਗਵਰਨਰ ਜਨਰਲ ਆਉਂਦੇ ਗਏ ਤਾਂ ਵੀਕ ਹੁੰਦੇ ਗਏ। ਠੀਕ ਹੈ, ਉਸ ਤੋਂ ਬਾਅਦ ਕੀ ਕੀਤਾ ਸੀ, ਇੱਕ ਚੀਜ਼ ਹੋਰ ਜਿਹੜਾ ਕਈ ਵਾਰੀ ਪੇਪਰ 'ਚ ਆਪਾਂ ਸੁਣਦੇ ਹਾਂ ਕਿ ਬ੍ਰਿਟਿਸ਼ ਦੀਆਂ 3 ਮੇਨ ਪ੍ਰੈਜ਼ੀਡੈਂਸੀਆਂ ਹੁੰਦੀਆਂ ਸੀ, ਇਹ ਸੀਗਾ ਬੰਬੇ, ਇੱਕ ਸੀਗਾ ਮਦਰਾਸ, ਇੱਕ ਸੀਗਾ ਕੋਲਕਾਤਾ। ਜਿਹੜੀ ਬੰਬੇ ਪ੍ਰੈਜ਼ੀਡੈਂਸੀ ਸੀ, ਇਹ ਬੰਬੇ ਜਿਹੜੀ ਥਾਂ ਸੀ ਨਾ, ਇਹ ਪੁਰਤਗੀਜ਼ ਦੇ ਅੰਡਰ ਸੀ ਪਹਿਲਾਂ, ਤਾਂ ਪੁਰਤਗੀਜ਼ ਨੇ ਇਸ ਨੂੰ ਪੁਰਤਗੀਜ਼ ਦੇ ਰਾਜਾ, ਮਤਲਬ ਕੀ ਸੀਗਾ, ਪੁਰਤਗੀਜ਼ ਦਾ ਜਿਹੜਾ ਰਾਜਾ ਸੀਗਾ ਮੇਨ, ਠੀਕ ਹੈ, ਉਸ ਕਿੰਗ ਨੇ ਕੀ ਕੀਤਾ ਸੀ, 1661 ਦੇ ਵਿੱਚ ਪੁਰਤਗੀਜ਼ ਦਾ ਰਾਜਾ ਜਿਹੜਾ ਸੀ ਉਹਦੀ ਬੇਟੀ ਕੈਥਰੀਨ ਦਾ ਵਿਆਹ ਚਾਰਲਸ II ਇੰਗਲੈਂਡ ਦੇ ਰਾਜੇ ਦੇ ਨਾਲ ਹੋਇਆ ਸੀਗਾ, ਜਿਸ ਕਰਕੇ ਬੰਬੇ ਜਿਹੜਾ ਸੀ ਉਹ ਦਹੇਜ ਦੇ ਵਿੱਚ ਦਿੱਤਾ ਗਿਆ ਸੀਗਾ। ਠੀਕ ਹੈ, ਬੰਬੇ ਜਿਹੜਾ ਚਾਰਲਸ II ਨੂੰ ਦਹੇਜ ਦੇ ਵਿੱਚ ਦੇ ਦਿੱਤਾ ਗਿਆ ਸੀਗਾ, ਇੰਡੀਆ ਦੀ ਜਿਹੜੀ ਥਾਂ ਸੀਗੀ, ਅਤੇ ਉਹ ਜਿਹੜਾ ਚਾਰਲਸ II ਨੇ ਈਸਟ ਇੰਡੀਆ ਕੰਪਨੀ ਨੂੰ $10 ਦੇ ਉੱਪਰ ਐਜ਼ ਏ ਪਾਊਂਡ ਦੇ ਉੱਪਰ ਦਿੱਤਾ ਗਿਆ ਸੀ ਵੀ। ਠੀਕ ਹੈ, ਉਸ ਤੋਂ ਬਾਅਦ ਇਸ ਤਰ੍ਹਾਂ ਇਹ ਜਿਹੜਾ ਅੱਗੇ ਚੱਲ ਕੇ ਜਿਹੜਾ ਬੰਬੇ ਹੈ, ਕਿਉਂਕਿ ਜਿਹੜੇ ਬ੍ਰਿਟਿਸ਼ ਸੀ ਇਹ ਪਹਿਲੇ ਸੂਰਤ ਦੇ ਵਿੱਚ ਸਟੈਬਲਿਸ਼ ਹੋਏ ਸੀ, ਬਾਅਦ ਦੇ ਵਿੱਚ ਇਹਨਾਂ ਨੇ ਆਪਣੀ ਰਾਜਧਾਨੀ ਕੀ ਬਣਾ ਲਿਆ, ਬੰਬੇ ਪ੍ਰੈਜ਼ੀਡੈਂਸੀ। ਠੀਕ ਹੈ, ਇੱਦਾਂ ਕਰਕੇ ਬੰਬੇ ਦੀ ਗੱਲ ਆਉਂਦੀ ਹੈ ਸਾਹਮਣੇ। ਉਸ ਤੋਂ ਬਾਅਦ ਕਹਿੰਦੇ ਆ ਜੀ ਫਸਟ ਫੈਕਟਰੀ ਜਿਹੜੀ ਹੈ ਪੁਰਤਗੀਜ਼ ਨੇ ਆਪਣੀ ਸਟੈਬਲਿਸ਼ ਕੀਤੀ ਸੀ ਕੈਲੀਕਟ। ਮੈਂ ਪਹਿਲੇ ਦੱਸਿਆ ਕਿ ਵਾਸਕੋ ਡੀ ਗਾਮਾ ਕਿੱਥੇ ਆਇਆ ਸੀ, ਕੈਲੀਕਟ ਆਇਆ ਸੀ, ਇਹ ਤੁਸੀਂ ਯਾਦ ਰੱਖਣਾ। ਮੈਂ ਤੁਹਾਨੂੰ ਇਹ ਵੀ ਦੱਸਿਆ ਸੀ ਕਿ ਜਿਹੜਾ ਅਕਬਰ ਸੀਗਾ ਉਹਨੂੰ ਆਪਣੀ ਧਰਮ ਦੇ ਵਿੱਚ ਕਨਵਰਟ ਕਰਨ ਵਾਸਤੇ ਇਹਨਾਂ ਦੇ 2 ਸੰਤ ਸੀਗੇ, ਜਿਹੜੇ ਇਹਨਾਂ ਦੇ ਸੈਂਟ ਸੀਗੇ, ਉਹਨਾਂ ਨੂੰ ਭੇਜਿਆ ਗਿਆ ਸੀ। ਇਹਦਾ ਨਾਮ ਸੀਗਾ ਫਰਾਂਸਕੋ ਐਗਜ਼ੀਵੀਅਰ ਅਤੇ ਮਾਰਟਿਨ ਅਲਫਾਂਸੋ। ਇਹਨਾਂ ਨੂੰ ਪਰ ਇਹ ਇਸ ਤਰ੍ਹਾਂ ਦੇ ਕਰਨ ਦੇ ਵਿੱਚ ਫਲੋਪ ਰਹਿ ਗਏ, ਇਹ ਕੁਛ ਨਹੀਂ ਕਰ ਪਾਏ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ, ਇਹਨਾਂ ਦੇ ਸੰਤ ਸੀਗੇ। ਠੀਕ ਹੈ, ਮਰਾਠਿਆਂ ਨੇ ਇਹਨਾਂ ਨੂੰ ਕੀ ਕੀਤਾ ਸੀਗਾ, ਕਿਉਂਕਿ ਜਿਹੜੇ ਜਿਹੜਾ ਗ੍ਰੈਜੂਅਲੀ ਹੌਲੀ ਹੌਲੀ ਕੀ ਕੀਤਾ, ਜਦੋਂ ਮਰਾਠਿਆਂ ਤੋਂ ਪਹਿਲਾਂ ਇਹਨਾਂ ਨੇ ਕਾफ़ੀ ਚੀਜ਼ਾਂ ਖੋਹ ਲਈਆਂ ਸੀ, ਦਵੀਪ ਖੋਹ ਲਏ ਸੀ। ਪਰ ਤੁਹਾਨੂੰ ਮੈਂ ਦੱਸਦਾ ਕਿ 1708 ਦੇ ਵਿੱਚ ਜਦੋਂ ਔਰੰਗਜ਼ੇਬ ਮਰ ਗਿਆ ਸੀ ਤਾਂ ਹਿੰਦੁਸਤਾਨ ਘੱਟੋ ਘੱਟ ਦੇਸੀ ਰਿਆਸਤਾਂ ਦੇ ਵਿੱਚ ਘੱਟੋ ਘੱਟ 20 ਵੱਡੀਆਂ ਦੇਸੀ ਰਿਆਸਤਾਂ ਦੇ ਵਿੱਚ ਡਿਵਾਈਡ ਹੋ ਗਿਆ ਸੀਗਾ, ਜਿਹਦੇ ਵਿੱਚ ਮਰਾਠੇ ਸਭ ਤੋਂ ਪਾਵਰਫੁਲ ਸੀਗੇ। ਉਹ ਮਰਾਠੇ ਜਿਹੜੇ ਸੀਗੇ ਉਹਨਾਂ ਨੇ ਕੀ ਕੀਤਾ ਜੀ, ਇਹਨਾਂ ਤੋਂ ਪੁਰਤਗੀਜ਼ ਤੋਂ ਕੀ ਕੀਤਾ, ਦਮਨ ਐਂਡ ਦਿਊ ਵਾਲੇ ਏਰੀਏ ਹੌਲੀ ਹੌਲੀ ਸਾਰੇ ਖੋਹ ਲਿੱਤੇ, ਕਿਉਂਕਿ ਇਹ ਪਾਵਰਫੁਲ ਸੀਗੇ ਕਿ ਇਹਨਾਂ ਨੂੰ ਹਰਾ ਤਾਂ ਕੋਈ ਸਕਦਾ ਨਹੀਂ ਸੀਗਾ। ਤਾਂ ਇਹ ਤੁਸੀਂ ਯਾਦ ਰੱਖਣਾ। ਠੀਕ ਹੈ ਜੀ, ਅਤੇ ਲਾਸਟ ਦੇ ਵਿੱਚ ਗੋਆ ਨੂੰ ਕਬਜ਼ਾ ਕਦੋਂ ਛੁਡਵਾਇਆ ਸੀ, ਗੌਰਮੈਂਟ ਆਫ ਇੰਡੀਆ ਨੇ ਗੋਆ ਤੋਂ ਪੁਰਤਗੀਜ਼ ਨੂੰ ਕੱਢਿਆ ਸੀਗਾ
ਪੁਲਿਸ ਐਕਸ਼ਨ ਕਰਕੇ। ਠੀਕ ਹੈ, ਇਹ 1961 ਦੀ ਗੱਲ ਹੈ, ਇਹ ਵੀ ਤੁਸੀਂ ਯਾਦ ਰੱਖਣਾ। ਇਸ ਤੋਂ ਪਤਾ ਲੱਗਦਾ ਹੈ ਕਿ ਪੁਰਤਗੀਜ਼ ਪਹਿਲੇ ਆਏ ਸੀ ਤੇ ਜਾਣ ਵਾਲੇ ਵੀ ਇਹੀ ਸੀਗੇ। ਠੀਕ ਹੈ, ਆਈ ਹੋਪ ਕਿ ਤੁਹਾਨੂੰ ਪੁਰਤਗੀਜ਼ ਦੇ ਬਾਰੇ ਲਗਭਗ ਮੈਂ ਸਾਰੇ ਫੈਕਟ ਤੁਹਾਨੂੰ ਦੱਸ ਚੁੱਕਿਆ। ਤੇ ਕਿਵੇਂ ਵਧੀਆ ਵੀਡੀਓ ਲੱਗੀ ਤਾਂ ਮੈਨੂੰ ਦੱਸ ਦਿਆ ਜੇ। ਤੇ ਆਪਾਂ ਨੈਕਸਟ ਛੋਟਾ ਜਿਹਾ ਹੋਰ ਹੈਗਾ ਡੱਚ ਦਾ, ਫਿਰ ਬ੍ਰਿਟਿਸ਼ ਦਾ, ਫਿਰ ਇਕੱਠਾ ਪੜ੍ਹ ਲਾਂਗੇ ਆਪਾਂ। ਡੱਚ ਦੇ ਬਾਰੇ ਵੀ ਪੜ੍ਹ ਲਈਏ। ਡੱਚ ਕਿਹਨੂੰ ਕਹਿੰਦੇ ਆ? ਨੀਦਰਲੈਂਡ ਦੀ ਕੰਪਨੀ ਸੀ ਜਿਹਦਾ ਨਾਮ ਹੈ ਡੱਚ। ਨੀਦਰਲੈਂਡ ਦੀ ਜਿਹੜੀ ਕੰਪਨੀ ਸੀ ਨਾ, ਉਸ ਨੂੰ ਉਹਨਾਂ ਨੇ ਬਣਾਈ ਸੀ ਕੰਪਨੀ ਡੱਚ ਈਸਟ ਇੰਡੀਆ ਕੰਪਨੀ। ਠੀਕ ਹੈ, ਇਹ ਇਹਨਾਂ ਨੇ ਸਭ ਤੋਂ ਪਹਿਲੀ ਡੱਚ ਦੇ ਬਾਰੇ ਸਿਰਫ ਇੰਨਾ ਪੜ੍ਹਨਾ ਕਿਉਂਕਿ ਇਹਨਾਂ ਨੇ ਰਿਪਲੇਸ ਕੀਤਾ ਸੀ ਪੁਰਤਗੀਜ਼ ਨੂੰ। ਠੀਕ ਹੈ, ਡੱਚ ਨੂੰ ਫਿਰ ਬ੍ਰਿਟਿਸ਼ ਨੇ ਰਿਪਲੇਸ ਕਰਤਾ। ਇੱਦਾਂ ਕਰਕੇ ਲੜਾਈਆਂ ਆਪਸ ਦੇ ਵਿੱਚ ਹੋਈਆਂ ਤੇ ਲਾਸਟ ਦੇ ਵਿੱਚ 2 ਕੰਪਨੀਆਂ ਬਚਣਗੀਆਂ, ਫਰਾਂਸ ਤੇ ਆਪਣੀ ਬ੍ਰਿਟਿਸ਼, ਤੇ ਉਹਦੇ ਵਿੱਚ ਬ੍ਰਿਟਿਸ਼ ਜਿੱਤ ਜਾਣਗੇ। ਠੀਕ ਹੈ, ਤਾਂ ਇਸ ਕਰਕੇ ਦੇਖੋ ਜੀ, ਮਸੂਲੀਪਟਨਮ ਦੇ ਵਿੱਚ ਡੱਚ ਨੇ ਪਹਿਲੀ ਫੈਕਟਰੀ ਲਾਈ ਸੀ 1605 ਦੇ ਵਿੱਚ। ਫਿਰ ਹੌਲੀ ਹੌਲੀ ਕਰਦੇ ਪੁਲੀਕਟ ਵੀ ਆ ਗਏ, ਸੂਰਤ ਵੀ ਆ ਗਏ, ਕਰਾਈਕਲ ਦੇ ਵਿੱਚ ਵੀ ਆ ਗਏ। ਤਾਂ ਇੱਦਾਂ ਕਰਕੇ ਹੌਲੀ ਹੌਲੀ ਫੈਕਟਰੀਆਂ ਬਾਲਾਸੋਰ, ਕਾਸਿਮ ਬਾਜ਼ਾਰ, ਪਟਨਾ, ਕੋਚੀਨ, ਇਹ ਸਾਰੇ ਪਾਸੇ ਡੱਚ ਨੇ ਫੈਕਟਰੀਆਂ ਲਾਈਆਂ ਸੀ। ਇਹ ਤੁਸੀਂ ਯਾਦ ਰੱਖਣਾ ਹੈ। ਠੀਕ ਹੈ ਜੀ। ਹਾਂਜੀ, ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਜੀ, ਇਹਨਾਂ ਨੇ ਪੁਰਤਗੀਜ਼ ਨੂੰ ਰਿਪਲੇਸ ਕੀਤਾ ਸੀ ਤੇ ਡੋਮੀਨੈਂਟ ਪਾਵਰ ਇੰਡੀਆ ਦੇ ਵਿੱਚ ਬਣ ਗਏ ਸੀ ਡੱਚ। ਠੀਕ ਹੈ, ਯੂਰਪ ਦੇ ਟ੍ਰੇਡ ਦੇ ਵਿੱਚ। ਉਸ ਤੋਂ ਬਾਅਦ ਪੁਲੀਕਟ ਇਹਨਾਂ ਦੀ ਮੇਨ ਸੈਂਟਰ ਸੀਗਾ 1690 ਤੱਕ ਫਿਰ ਬਾਅਦ ਦੇ ਵਿੱਚ ਨਾਗਪਟਨਮ ਬਣ ਗਿਆ। 2 ਯਾਦ ਰੱਖਣਾ ਨੇ, ਡੱਚ ਦੀਆਂ ਮੁਸਲਿਮਪਟਨਮ ਤੇ ਨਾਗਪਟਨਮ, ਇਹ 2। ਤੇ ਬਾਅਦ ਦੇ ਵਿੱਚ ਪੁਲੀਕਟ ਵੀ ਜਿਹੜਾ ਸੀਗਾ, ਜਿਹੜੀ ਤੁਹਾਨੂੰ ਮੈਂ ਦੱਸਿਆ ਸੀਗਾ ਵੀ ਕੋਲੇਰੂ ਝੀਲ ਜਿਹੜੀ ਹੈ ਇਹ, ਠੀਕ ਹੈ, ਉੱਥੇ ਇਹ ਪੁਲੀਕਟ ਸ਼ਹਿਰ ਵੀ ਪੈਂਦਾ ਤੇ ਇਹ ਵੀ ਤੁਸੀਂ ਯਾਦ ਰੱਖਣਾ ਹੈ। ਤੇ ਡੱਚ ਜਿਹੜੇ ਸੀਗੇ, ਡੱਚ ਦੀ ਜਿਹੜੀ ਲਾਸਟ ਲੜਾਈ ਹੋਈ ਸੀ ਬ੍ਰਿਟਿਸ਼ ਨਾਲ, ਇਹ ਸੀ ਜਦੋਂ ਆਪਾਂ ਬੰਗਾਲ ਪੜਾਂਗੇ ਨਾ, ਬੰਗਾਲ ਦੇ ਨਵਾਬ ਦੀ ਲਾਸਟ ਲੜਾਈ ਸੀ ਕਿਹਦੇ ਨਾਲ? ਬੈਟਲ ਆਫ ਬੇਦਾਰਾ ਦੇ ਵਿੱਚ ਡੱਚ ਜਿਹੜੇ ਸੀਗੇ ਇਹ ਹਾਰ ਜਾਂਦੇ ਹੈ। ਉਸ ਤੋਂ ਬਾਅਦ ਡੱਚ ਦਾ ਕੰਮ ਇੰਡੀਆ ਦੇ ਵਿੱਚ ਖਤਮ ਹੋ ਜਾਂਦਾ ਹੈ। ਇਹ ਆਪਾਂ ਉਸ ਟਾਈਮ ਦੇ ਵਿੱਚ ਬੰਗਾਲ ਦੇ ਟਾਈਮ ਦੇ ਵਿੱਚ ਪੜਾਂਗੇ। ਇਸ 'ਤੇ ਮੈਂ ਫਿਰ ਤੁਹਾਨੂੰ ਯਾਦ ਕਰਾਉਂਗਾ ਉਸ ਟਾਈਮ 'ਤੇ, ਆਪਾਂ ਉਸ ਟਾਈਮ 'ਤੇ ਇਹਨੂੰ ਪ੍ਰੋਪਰ ਡਿਟੇਲ ਦੇ ਵਿੱਚ ਪੜਾਂਗੇ। ਆਈ ਹੋਪ ਕਿ ਤੁਸੀਂ ਇਹ ਬੁੱਕ ਨੂੰ ਲੈ ਲਓ, ਇਸ ਦੇ ਨਾਲ ਇਹਨੂੰ ਫੈਕਟ ਨੂੰ ਕਰੋ। ਤੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਆਪਾਂ ਹੋਰ ਜਿਹੜੇ ਇੰਗਲਿਸ਼ ਦੇ ਬਾਰੇ ਪੜਾਂਗੇ। ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ ਫॉर ਵਾਚਿੰਗ।